नानक के प्रभ साथ शरण तुम्हारी आयो। नानक के प्रभ साथ तू ठाकुरो बैरागरो। मैं जेही कण चेरी राम तू सागरो रतनागरो। हूँ सार न जाना तेरी राम सार न जाना तू वड दाना। कर मैं रामत साई कृपा कीजै सामत दीजै। आठ पहर तुध ध्याई गर्भ न कीजै ऋण होवीजै। तां गत जियरे तेरी सब ऊपर नानक का ठाकुर। मैं जेही कण चेरी राम गर्भ न कीजै ऋण होवीजै। तां गत जियरे तेरी सब ऊपर नानक का ठाकुर। मैं जेही कण चेरी राम तेरे कवन कवन गुण कह गावा। तू साहिब गुणी निदाना तुमरी महिमा बरन ना सकूं। तू ठाकुर ऊच भगवाना तुमरी महिमा बरन ना सकूं। तू ठाकुर ऊच भगवाना। जुगो जुग अटल सतगुरु। गुरगद्दी ते सुभाईमान दसां पातशाहियां दी जोत गरीब नवाज सतगुरु ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਜੁੜ ਬੈਠੀ ਸਨਮਾਨ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ। ਗੁਰੂ ਸਾਹਿਬ ਜੀ ਨੇ ਬੇਅੰਤ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਹਨ। ਸਾਨੂੰ ਆਪਣੀ ਪਾਵਨ ਪਵਿੱਤਰ ਸੁਭਾਗੀ ਅੰਮ੍ਰਿਤਮਈ ਗੋਦ ਅੰਮ੍ਰਿਤਮਈ ਹਜ਼ੂਰੀ ਚਰਨ ਸ਼ਰਨ ਦੀ ਦਾਤ ਬਖਸ਼ਿਸ਼ ਕੀਤੀ ਹੈ ਔਰ ਗੁਰੂ ਕੀ ਸੰਗਤ 'ਚ ਗੁਰੂ ਦਰਬਾਰ 'ਚ ਜੁੜ ਕੇ ਪਾਵਨ ਪਵਿੱਤਰ ਬਾਣੀ ਦੇ ਸ਼ਬਦ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ। ਬੜੇ ਪਿਆਰੇ ਬਚਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਕੀਰਤਨ ਰੂਪ 'ਚ ਭਾਈ ਸਾਹਿਬ ਨੇ ਆਪ ਜੀ ਦੇ ਨਾਲ ਸਾਂਝੇ ਕੀਤੇ। ਕਿਰਪਾ ਕਰੋ
दीन के दाते मेरा गुण अवगुण ना विचारो कोई। गरीबां दे दाते वाहिगुरू जी किरपा करो, क्योंकि असीं भी गरीब हाँ, असीं भी दीन हाँ, और तुहाडा बिरध है दीना दी बांह फड़ना, सहारा बनना। किरपा करो दीन के दाते मेरा गुण अवगुण ना विचारो कोई। माटी का क्या तो पै स्वामी मानस की गत एही। साडी जीवां दी हालत भी मिट्टी वर्गी है। मिट्टी नूं की धोवांगे, मिट्टी नूं धो के मिट्टी थल्लियों मिट्टी निकलनी है। इदां ही साडे अवगुणां दे थल्ले अवगुण ही हन, फिर अवगुण हन। सो इको ही जोदड़ी है, अरदास है कि मेरा गुण अवगुण ना विचारो कोई, और किरपा करो साडे ते किरपा महरामत वरताओ। सो ये पावन वचन कीर्तन रूप च आप जी ने श्रवण कीते ने। उपरंत आओ गुरबाणी विचार दे नाल जुड़ीए। सब तो पहला जो गुरु घर दी मर्यादा है ਉਹਦੇ ਮੁਤਾਬਕ ਫਤਿਹ ਦੀ ਸਾਂਝ ਪਾਈਏ। ਪਿਆਰ ਅਦਬ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਰਹਿਮਤ ਬਖਸ਼ਿਸ਼ ਕੀਤੀ ਹੈ, ਸਾਨੂੰ ਸਮੁੱਚੇ ਰੂਪ ਦੇ ਵਿੱਚ ਉਦਮ ਬਖਸ਼ਿਆ ਹੈ, ਔਰ ਗੁਰੂ ਕੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਆਪਾਂ ਰੋਜ਼ਾਨਾ ਜੁੜਦੇ ਹਾਂ। ਪਾਵਨ ਬਾਣੀ ਸਹਿਸਕ੍ਰਿਤੀ ਦੀ ਵਿਚਾਰ ਉਪਰੰਤ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਅੰਮ੍ਰਿਤਮਈ ਸ਼ਲੋਕਾਂ ਦੀ ਵਿਚਾਰ ਦੀ ਲੜੀ ਆਪਾਂ ਆਰੰਭ ਕੀਤੀ ਹੈ। ਕੱਲ੍ਹ ਦੇ ਦੀਵਾਨਾਂ 'ਚ ਕੁਝ ਮੁੱਢਲੀਆਂ ਵਿਚਾਰਾਂ ਆਪ ਜੀ ਨੇ ਸ਼ਰਵਣ ਕੀਤੀਆਂ, ਕੁਝ ਵਿਚਾਰਾਂ ਕਬੀਰ ਸਾਹਿਬ ਜੀ ਦੇ ਬਾਰੇ, ਔਰ ਨਾਲ ਦੀ ਨਾਲ ਕਬੀਰ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਪਹਿਲੇ ਸ਼ਲੋਕ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ, ਜਿਸ ਸ਼ਲੋਕ ਰਾਹੀਂ ਕਬੀਰ ਸਾਹਿਬ ਨੇ ਸਮਝਾਇਆ ਕਿ ਬਾਹਰ ਕੋਈ ਮਾਲਾ ਦੀ ਲੋੜ ਨਹੀਂ ਹੈ, ਰਸਨਾ ਹੀ ਮਾਲਾ ਬਣਾ ਲਵੋ ਤੇ ਰਸਨਾ ਤੇ ਹਮੇਸ਼ਾ ਮਾਲਕ ਦਾ ਨਿਰੰਕਾਰ ਦਾ ਨਾਮ ਵਸਾਓ। ਔਰ ਕਹਿੰਦੇ ਜੁਗਾਂ ਜੁਗਾਂਤਰਾਂ ਤੋਂ ਜਿੰਨੇ ਵਾਹਿਗੁਰੂ ਦੇ ਪਰਮੇਸ਼ਰ ਦੇ ਭਗਤ ਹੋਏ ਨੇ, ਉਹਨਾਂ ਨੇ ਇਸੇ ਤਰ੍ਹਾਂ ਕੀਤਾ ਤੇ ਇਸੇ ਦੀ ਬਰਕਤ ਸਦਕਾ ਉਹਨਾਂ ਦੇ ਜੀਵਨ ਅੰਦਰ ਸੁੱਖ ਬਣਿਆ ਰਿਹਾ, ਵਿਸ਼ਰਾਮ ਬਣਿਆ ਰਿਹਾ। ਹੁਣ ਵੇਖੋ ਇੱਥੇ ਜਿਹੜੀ ਵਿਸ਼ਰਾਮ ਦੀ ਗੱਲ ਕਬੀਰ ਸਾਹਿਬ ਨੇ ਕੀਤੀ, ਉਹ ਅੰਦਰ ਦੇ ਟਿਕਾ ਦੀ ਗੱਲ ਹੈ। ਇੱਕ ਹੁੰਦੀ ਹੈ ਸਾਡੀ ਬਾਹਰ ਦੀ ਭਟਕਣਾ, ਆਪਾਂ ਸਾਰੀ ਦਿਹਾੜੀ ਕੰਮ ਕਾਰ ਕਰਦੇ ਹਾਂ, ਕਾਰ ਵਿਹਾਰ ਕਰਦੇ, ਕੋਈ ਸਫ਼ਰ ਕਰਦੇ, ਫਿਰ ਥੱਕ ਜਾਂਦੇ, ਫਿਰ ਆਪਾਂ ਕਹਿੰਦੇ ਹੁਣ ਕੁਝ ਘੜੀਆਂ ਆਰਾਮ ਵਿਸ਼ਰਾਮ ਕਰ ਲਈਏ, ਜਾਂ ਰਾਤ ਨੂੰ ਆਪਾਂ ਸੌਂਦੇ ਹਾਂ, ਆਰਾਮ ਕਰਦੇ ਹਾਂ। ਇੱਕ ਹੈ ਮਨ ਦਾ ਆਰਾਮ, ਮਨ ਦਾ ਟਿਕਾ, ਕਿਉਂਕਿ ਮਨ ਪੰਛੀ ਦੀ ਤਰ੍ਹਾਂ ਹਰ ਵਕਤ ਚਾਰੇ ਪਾਸੇ ਉਡਾਰੀਆਂ ਮਾਰਦਾ ਹੈ, ਅਤੇ ਸਾਡੇ ਮਨ ਦੀ ਇਹ ਹਾਲਤ ਹੈ। ਤਨ ਤਾਂ ਬੰਦਾ ਦਿਨੇ ਦੌੜ ਭੱਜ ਉਪਰੰਤ ਜਾਂ ਦਿਨੇ ਕੁਝ ਸਮਾਂ ਜਾਂ ਰਾਤੀ ਸੌਂਦਾ ਹੈ, ਬੰਦਾ ਸਰੀਰ ਕਰਕੇ ਤਾਂ ਆਰਾਮ ਕਰਦਾ ਹੈ, ਪਰ ਮਨ ਆਰਾਮ ਨਹੀਂ ਕਰਦਾ ਹੈ। ਮਨ ਜਾਗਦਿਆਂ ਵੀ ਲਗਾਤਾਰ ਭਟਕਣਾ 'ਚ, ਸਫ਼ਰ 'ਚ ਹੈ, ਵਿਹਾਰਾਂ 'ਚ ਲੱਗਿਆ ਹੈ, ਅਤੇ ਆਪਾਂ ਤਨ ਕਰਕੇ ਸੁੱਤੇ ਵੀ ਹੁੰਦੇ ਹਾਂ, ਅਤੇ ਉਹ ਮਨ ਦੀ ਜਿਹੜੀ ਭਟਕਣਾ ਹੈ ਫਿਰ ਵੀ ਚੱਲ ਰਹੀ ਹੁੰਦੀ ਹੈ। ਜਿਹੜੇ ਤਰ੍ਹਾਂ ਤਰ੍ਹਾਂ ਦੇ ਫੁਰਨੇ ਅਤੇ ਸੁਪਨੇ ਸਾਨੂੰ ਆਉਂਦੇ ਨੇ। ਭਾਵ ਤਨ ਤਾਂ ਭਾਵੇਂ ਟਿਕ ਜਾਂਦਾ ਹੈ, ਪਰ ਮਨ ਨਹੀਂ ਟਿਕਦਾ ਹੈ। ਪਰ ਭਗਤਾਂ ਦਾ ਮਨ ਵੀ ਟਿਕਾ ਦੇ ਵਿੱਚ ਹੈ, ਮਨ ਵੀ ਐਨ ਥਿਰਤਾ ਦੇ ਵਿੱਚ ਹੈ। ਅਤੇ ਜਿਸ ਵਕਤ ਮਨ ਟਿਕਦਾ ਹੈ, ਫਿਰ ਬਾਹਰ ਦੀਆਂ ਪਰੇਸ਼ਾਨੀਆਂ, ਬਾਹਰ ਦੀਆਂ ਭਟਕਣਾ, ਜਾਂ ਬਾਹਰ ਦੇ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਬੋਲ ਹਨ,
ਉਹ ਵੀ ਮਨ ਨੂੰ ਪ੍ਰਭਾਵਿਤ ਨਹੀਂ ਜੇ ਕਰ ਪਾਉਂਦੇ। ਅਕਸਰ ਕੀ ਹੁੰਦਾ ਹੈ, ਕਿਸੇ ਨੇ 4 ਸਿਫਤ ਦੇ ਬੋਲ ਬੋਲ ਦਿੱਤੇ ਤੇ ਮਨ ਬੜਾ ਫੁੱਲ ਜਾਂਦਾ ਹੈ, ਹੰਕਾਰੀ ਵੀ ਹੋ ਜਾਂਦਾ ਹੈ। ਕਿਸੇ ਨੇ 2-4 ਨਿੰਦਿਆ ਦੇ ਬੋਲ ਬੋਲ ਦਿੱਤੇ, ਮਨ ਬੜਾ ਮੁਰਝਾ ਗਿਆ, ਮਨ ਪਰੇਸ਼ਾਨ ਹੋ ਗਿਆ। ਐਵੇਂ ਸਾਰੀ ਦਿਹਾੜੀ ਸੋਚਾਂ 'ਚ ਬੰਦਾ ਲੱਗਿਆ ਰਹਿੰਦਾ ਹੈ। ਜੇ ਕਿਸੇ ਨੇ ਕੋਈ ਇੱਦਾਂ ਦੀ ਗੱਲ ਕਰ ਦਿੱਤੀ ਜਾਂ ਕਿਸੇ ਤੀਜੇ ਨੇ ਆ ਕੇ ਸੁਣਾ ਦਿੱਤੀ ਤੁਹਾਡੇ ਬਾਰੇ ਤੇ ਉਹ ਇੱਦਾਂ ਬੋਲਦਾ ਪਿਆ ਸੀ, ਹੁਣ ਉਹ ਵਿਚਾਰ ਮਨ 'ਚ ਬਹਿ ਗਈ, ਮਨ ਭਟਕ ਰਿਹਾ ਹੈ, ਮਨ ਪਰੇਸ਼ਾਨ ਹੈ। ਤੇ ਭਗਤਾਂ ਦੇ ਜੀਵਨ ਦੀ ਥਿਰਤਾ ਇਹ ਹੈ ਕਿ ਉਹਨਾਂ ਦੀ ਕੋਈ ਉਸਤਤ ਕਰੇ, ਉਹਨਾਂ ਦੀ ਕੋਈ ਨਿੰਦਿਆ ਕਰੇ, ਉਹ ਇਸ ਚੀਜ਼ ਦੀ ਪਰਵਾਹ ਨਹੀਂ ਕਰਦੇ। ਉਹਨਾਂ ਦੀ ਬਿਰਤੀ ਟਿਕੀ ਹੋਈ ਬਿਰਤੀ ਹੈ। ਕਬੀਰ ਸਾਹਿਬ ਨੇ ਉਦਾਹਰਣ ਦਿੱਤੀ, ਕਹਿੰਦੇ ਪਰਮਾਤਮਾ ਨੂੰ ਜਪੋ। ਕਿੱਦਾਂ ਜਪੋ? ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਅਸੀਂ ਕਹਿੰਦੇ ਹਾਂ ਜੀ ਸਾਡੇ ਜੀਵਨ 'ਚ ਬੜੇ ਦੁੱਖ ਹਨ, ਬੜੇ ਸੰਕਟ ਨੇ, ਬੜੀਆਂ ਪਰੇਸ਼ਾਨੀਆਂ ਨੇ। ਪਰ ਜੇ ਆਪਾਂ ਪ੍ਰਹਿਲਾਦ ਭਗਤ ਦਾ ਜੀਵਨ ਵੇਖੀਏ, ਜਿਹੜਾ ਭਗਤੀ ਕਰ ਰਿਹਾ ਹੈ, ਔਰ ਉਸ ਭਗਤ ਦੇ ਜੀਵਨ ਅੰਦਰ ਕਿੰਨਾ ਕਸ਼ਟ ਹੈ। ਇੱਥੇ ਤਾਂ ਦੂਜੇ ਕਸ਼ਟ ਦਿੰਦੇ ਨੇ, ਆਪਣੇ ਮਾਤਾ ਪਿਤਾ ਸੰਭਾਲਦੇ ਹਨ। ਪ੍ਰਹਿਲਾਦ ਦਾ ਤੇ ਪਿਓ ਹੀ ਪ੍ਰਹਿਲਾਦ ਦਾ ਕਤਲ ਕਰਨ ਤੇ ਉਤਰ ਆਇਆ, ਤੇ ਪਿਓ ਹੀ ਪਿਤਾ ਹੀ ਪ੍ਰਹਿਲਾਦ ਤੇ ਤਰ੍ਹਾਂ ਤਰ੍ਹਾਂ ਦੇ ਤਸ਼ੱਦਦ ਢਾਉਂਦਾ ਪਿਆ ਹੈ, ਉਹਨੂੰ ਟੌਰਚਰ ਕਰ ਰਿਹਾ ਹੈ। ਕਿੰਨਾ ਕੁਝ ਪ੍ਰਹਿਲਾਦ ਨੂੰ ਆਪਣੇ ਤਨ ਤੇ ਸਹਾਰਨਾ ਪਿਆ। ਸਾਰਾ ਕੁਝ ਤਨ ਤੇ ਸਹਾਰਨ ਦੇ ਬਾਵਜੂਦ ਵੀ ਪ੍ਰਹਿਲਾਦ ਦੇ ਮਨ ਅੰਦਰ ਟਿਕਾ ਹੈ, ਮਨ ਅੰਦਰ ਥਿਰਤਾ ਹੈ। ਬੇਸ਼ੱਕ ਧਰੂ ਨੂੰ ਘਰੋਂ ਕੱਢ ਦਿੱਤਾ ਗਿਆ ਮਤਰੇਈ ਮਾਂ ਦੇ ਕਹਿਣ ਤੇ, ਬੜਾ ਲੰਬਾ ਸਮਾਂ ਬਾਹਰ ਭਟਕੇ, ਪਰ ਮਨ ਟਿਕਿਆ ਰਿਹਾ। ਗੁਰੂ ਨਾਨਕ ਮਹਾਰਾਜ ਬਾਰੇ ਬਹੁਤ ਕੁਝ ਲੋਕਾਂ ਨੇ ਬੋਲਿਆ, ਭੂਤਨਾ ਬੇਤਾਲਾ ਕਿਹਾ, ਪਰ ਗੁਰੂ ਨਾਨਕ ਸਾਹਿਬ ਐਨ ਟਿਕਾ ਵਾਲੀ ਬਿਰਤੀ। ਤਤੀ ਤਵੀ ਤੇ ਬੈਠੇ ਗੁਰੂ ਅਰਜਨ ਸਾਹਿਬ ਕਿੰਨੇ ਸਹਿਜ ਦੇ ਵਿੱਚ ਹਨ। ਮਹਾਰਾਜ ਕਹਿੰਦੇ ਸਾਡਾ ਕਿਸੇ ਨੂੰ ਕੋਈ ਉਲਾਮਾ ਨਹੀਂ ਆ, ਉਲਾਹਨੋ ਮੈਂ ਕਾਹੂੰ ਨਾ ਦੀਨੂ। ਇਹ ਹੈ ਸਹਿਜ, ਇਹ ਹੈ ਟਿਕਾ, ਇਹ ਹੈ ਉਹ ਸੁੱਖ ਤੇ ਵਿਸ਼ਰਾਮ। ਜਿਹੜੇ ਸੁੱਖ ਤੇ ਵਿਸ਼ਰਾਮ ਦੀ ਗੱਲ ਭਗਤ ਕਬੀਰ ਸਾਹਿਬ ਨੇ ਕੀਤੀ ਕਿ ਜਦੋਂ ਰਸਨਾ ਹੀ ਵਾਹਿਗੁਰੂ ਨੂੰ ਜਪਣ ਵਾਲੀ ਮਾਲਾ ਬਣਦੀ ਹੈ ਤੇ ਉਹ ਜਪੇ ਹੋਏ ਦਾ ਪ੍ਰਭਾਵ ਮਨ ਤੇ ਅਸਰ ਐਸਾ ਪੈਂਦਾ ਹੈ ਕਿ ਫਿਰ ਮਨ ਵੀ ਟਿਕ ਜਾਂਦਾ ਹੈ। ਫਿਰ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਇਹ ਬਿਰਤੀ ਬਣਦੀ ਹੈ, ਮਨ ਨੂੰ ਟਿਕਾ ਪ੍ਰਾਪਤ ਹੋ ਗਿਆ, ਮਨ ਦੀ ਭਟਕਣਾ ਮੁੱਕ ਗਈ। ਇਸ ਤੋਂ ਅੱਗੇ ਅੱਜ ਕਬੀਰ ਸਾਹਿਬ ਦੂਜੇ ਸ਼ਲੋਕ ਰਾਹੀਂ ਗੱਲ ਕਰਦੇ ਹਨ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ। ਕਿਉਂਕਿ ਕਬੀਰ ਸਾਹਿਬ ਜੀ ਦਾ ਜਨਮ ਜੁਲਾਹਾ ਬਰਾਦਰੀ 'ਚ ਹੋਇਆ ਤੇ ਜਾਤ ਪਾਤ ਦਾ ਬੜਾ ਪ੍ਰਭਾਵ ਸੀ ਉਸ ਵਕਤ। ਭਾਵੇਂ ਅੱਜ ਵੀ ਵੇਖੋ ਇਹ ਚੀਜ਼ਾਂ ਸਮਾਜ ਦੇ ਵਿੱਚ ਘੱਟ ਨਹੀਂ ਹਨ, ਬਹੁਤ ਕੁਝ ਹੈ, ਵਿਤਕਰੇ ਬਹੁਤ ਹੁੰਦੇ ਹਨ। ਔਰ ਆਮ ਛੋਟੇ ਮੋਟੇ ਵਿਅਕਤੀਆਂ ਦੇ ਨਾਲ ਤੇ ਜਿਹੜੇ ਵਿਤਕਰੇ ਹੋਣੇ, ਗਰੀਬ ਦੇ ਨਾਲ ਤੇ ਵਿਤਕਰੇ ਹੋਣੇ ਹੀ ਹਨ। ਇੱਥੇ ਵੱਡੇ ਵੱਡੇ ਉੱਚ ਅਹੁਦਿਆਂ ਤੇ ਪਹੁੰਚਿਆ ਹੋਇਆਂ ਦੇ ਨਾਲ ਵੀ ਬੜੇ ਤਰ੍ਹਾਂ ਦੇ ਵਿਤਕਰੇ ਹੁੰਦੇ ਜੇ। ਪਿਛਲੇ ਸਮੇਂ 'ਚ ਬਿਹਾਰ ਦਾ ਇੱਕ ਮੁੱਖ ਮੰਤਰੀ ਰਿਹਾ ਹੈ ਮਾਂਝੀ। ਉਹ ਕਿਸੇ ਮੰਦਰ ਦੇ ਵਿੱਚ ਪੂਜਾ ਕਰਨ ਦੇ ਲਈ ਗਿਆ ਤੇ ਉਹ ਪੂਜਾ ਕਰਕੇ ਜਦੋਂ ਚਲਾ ਗਿਆ ਤੇ ਫਿਰ ਮੰਦਰ ਨੂੰ ਦੁੱਧ ਦੇ ਨਾਲ ਧੋਤਾ ਗਿਆ ਕਿ ਨੀਵੀਂ ਜਾਤ ਵਾਲਾ ਸੀ ਤੇ ਉਹਦੇ ਆਉਣ ਦੇ ਨਾਲ ਮੰਦਰ ਪਿੱਟਿਆ ਗਿਆ ਹੈ। ਹੁਣ ਉਹ ਮੁੱਖ ਮੰਤਰੀ ਹੈ ਤੇ ਜੇ ਇੱਕ ਮੁੱਖ ਮੰਤਰੀ ਦੇ ਪ੍ਰਤੀ ਇੱਦਾਂ ਦਾ ਰਵੱਈਆ ਹੈ ਤੇ ਫਿਰ ਆਮ ਬੰਦਿਆਂ ਪ੍ਰਤੀ ਕੀ। ਇੱਥੋਂ ਤੱਕ ਕਿ ਦੇਸ਼ ਦਾ ਰਾਸ਼ਟਰਪਤੀ ਬਾਰੇ ਵੀ ਪਿੱਛੇ ਜੇ ਜ਼ਿਕਰ ਆਇਆ ਸੀ ਕਿ ਉਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਹੋਇਆ। ਸੋ ਜੇ ਏਡੇ ਏਡੇ ਵੱਡੇ ਉੱਚੇ ਅਹੁਦਿਆਂ 'ਤੇ ਪਹੁੰਚਿਆ ਹੋਇਆਂ ਲੋਕਾਂ ਪ੍ਰਤੀ ਜਾਤ ਅਭਿਮਾਨ, ਜਾਤ ਪਾਤ ਦਾ ਇੱਦਾਂ ਦਾ ਨਜ਼ਰੀਆ ਹੈ ਤੇ ਜਿਹੜੇ ਆਮ ਗਰੀਬ ਲੋਕ ਉਹਨਾਂ ਪ੍ਰਤੀ ਕਿੱਦਾਂ ਦੇ ਵਿਤਕਰੇ ਹੁੰਦੇ ਹੋਣਗੇ ਜਾਂ ਹੁੰਦੇ ਹਨ, ਕਹਿਣ ਤੋਂ ਪਰੇ। ਗਰੀਬ ਦੀ ਤੇ ਆਵਾਜ਼ ਵੀ ਦੱਬੀ ਰਹਿੰਦੀ ਹੈ। ਤਾਂ ਕਬੀਰ ਸਾਹਿਬ ਦੀ ਆਵਾਜ਼ ਨੂੰ ਵੀ ਦਬਾਉਣ ਦਾ ਬਹੁਤ ਯਤਨ ਹੋਇਆ, ਪਰ ਉਹ ਸੱਚ ਨੂੰ ਧਾਰਨ ਵਾਲੇ ਇਨਕਲਾਬੀ ਭਗਤ ਕਿਸੇ ਦੇ ਦਬਾਇਆ ਨਹੀਂ ਦੱਬੇ।
ਹੁਣ ਕੀ ਹੋਇਆ ਵੇਖੋ, ਇੱਕ ਤਾਂ ਉਹ ਲੋਕ ਜਿਹੜੇ ਉੱਚ ਜਾਤੀ ਦਾ ਹੰਕਾਰ ਕਰਨ ਵਾਲੇ ਸਨ, ਉਹ ਕਬੀਰ ਸਾਹਿਬ ਦੇ ਨਾਲ ਬੜਾ ਧੱਕਾ ਕਰਦੇ ਹਨ, ਤੇ ਦੂਜੇ ਪਾਸੇ ਜਿਹੜੇ ਆਪਣੀ ਉਹਨਾਂ ਦੇ ਬਰਾਦਰੀ ਦੇ ਲੋਕ ਵੀ ਸਨ, ਉਹ ਵੀ ਕਬੀਰ ਸਾਹਿਬ ਤੇ ਹੱਸਦੇ ਸਨ ਕਿ ਰੱਬ ਦਾ ਨਾਂ ਜਪਣਾ, ਭਗਤੀ ਕਰਨੀ, ਰਾਮ ਰਾਮ ਕਹਿਣਾ ਕੋਈ ਸਾਡੀ ਬਰਾਦਰੀ ਵਾਲਿਆਂ ਦਾ ਕੰਮ ਥੋੜ੍ਹਾ, ਕਬੀਰ ਕਿਹੜੇ ਕੰਮੀ ਲੱਗ ਗਿਆ ਹੈ। ਤੇ ਸਮਾਜ ਅੰਦਰ ਸਾਡਾ ਇੱਕ ਤਬਕਾ ਐਸਾ ਵੀ ਹੈ, ਬੇਸ਼ੱਕ ਆਪਾਂ ਗੁਰੂ ਘਰ ਦੇ ਹੀ ਰਾਗੀਆਂ, ਗ੍ਰੰਥੀਆਂ, ਕੀਰਤਨੀਆਂ ਨੂੰ ਮਾਣ ਸਨਮਾਨ ਸਤਿਕਾਰ ਆਪਣੀ ਥਾਂ ਤੇ ਬੜਾ ਦਿੰਦੇ ਆ, ਪਰ ਦੂਜਾ ਪੱਖ ਇਹ ਵੀ ਆਪਣੇ ਬੱਚਿਆਂ ਨੂੰ ਰਾਗੀ ਗ੍ਰੰਥੀ ਬਣਾਉਣਾ ਵੀ ਕੋਈ ਨਹੀਂ ਚਾਹੁੰਦੇ, ਕੋਈ ਨਹੀਂ ਚਾਹੁੰਦਾ ਹੈ, ਕਿਉਂਕਿ ਸਾਡੀ ਮਾਨਸਿਕਤਾ ਹੈ ਕਿ ਸ਼ਾਇਦ ਇਹ ਕਿਸੇ ਹੋਰਨਾਂ ਦਾ ਕੰਮ ਹੈ, ਸਾਡਾ ਨਹੀਂ ਹੈ। ਹੁਣ ਜਦੋਂ ਕਬੀਰ ਸਾਹਿਬ ਨੇ ਜਪਣਾ ਸ਼ੁਰੂ ਕੀਤਾ, ਅਹੰਕਾਰੀ ਤੇ ਰੁਕਾਵਟਾਂ ਪਾਉਂਦੇ ਨੇ ਕਿ ਇਹ ਕਿਉਂ ਨੀਵੀਂ ਜਾਤ ਦਾ ਜਪਣ ਲੱਗ ਗਿਆ, ਪਰ ਜਿਹੜੇ ਉਹਨਾਂ ਦੀ ਬਰਾਦਰੀ ਵਾਲੇ ਸਨ ਉਹ ਵੀ ਕਹਿੰਦੇ ਸਨ ਇਹ ਕਿਹੜੇ ਪਾਸੇ ਕਬੀਰ ਲੱਗ ਗਿਆ। ਬਲਕਿ ਉਹਨਾਂ ਨੇ ਤੇ ਆਪਣੀ ਮਾਂ ਤੱਕ ਦਾ ਵੀ ਜ਼ਿਕਰ ਕੀਤਾ ਹੈ ਕਿ ਮੇਰੀ ਮਾਂ ਵੀ ਕਹਿੰਦੀ ਸੀ ਕਬੀਰ ਕਿਹੜੇ ਪਾਸੇ ਲੱਗ ਗਿਆ ਹੈ, ਤਨਣਾ ਬੁਣਨਾ ਛੱਡ ਕੇ ਇਹ ਤੇ ਰੱਬ ਦੀ ਭਗਤੀ ਵਾਲੇ ਪਾਸੇ, ਰਾਮ ਰਾਮ ਵਾਲੇ ਪਾਸੇ ਲੱਗ ਗਿਆ ਤੇ ਕਮਲਾ ਹੋ ਗਿਆ ਹੈ। ਬਹੁਤ ਤਰ੍ਹਾਂ ਦੇ ਬੋਲ ਕਬੀਰ ਸਾਹਿਬ ਦੇ ਪ੍ਰਤੀ ਕਹੇ ਗਏ। ਇੱਕ ਬਚਨ ਆਪਾਂ ਮੁੱਖ ਵਾਕ ਰੂਪ 'ਚ ਵੀ ਉਹਨਾਂ ਦਾ ਪੜ੍ਹਦੇ ਹਾਂ, ਕਿਆ ਪੜ੍ਹੀਏ ਕਿਆ ਗੁਣੀਆਂ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ, ਅੰਧਿਆਰੈ ਦੀਪਕ ਚਹੀਐ, ਇੱਕ ਬਸਤ ਅਗੋਚਰ ਲਹੀਐ, ਬਸਤ ਅਗੋਚਰ ਪਾਈ, ਕਟ ਦੀਪਕ ਰਹਿਆ ਸਮਾਈ। ਕਹੋ ਕਬੀਰ ਜਬ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ, ਮਨ ਮਾਨੈ ਲੋਗ ਨਾ ਭਤੀਜੈ, ਨਾ ਭਤੀਜੈ ਤਉ ਕਿਆ। ਕਬੀਰ ਸਾਹਿਬ ਕਹਿੰਦੇ ਹੁਣ ਅਸੀਂ ਮਾਲਕ ਨੂੰ ਜਾਣ ਲਿਆ, ਮਨ ਹੁਣ ਪੂਰੀ ਤਰ੍ਹਾਂ ਉਹ ਸੱਚ ਦੇ ਨਾਲ ਸਹਿਮਤ ਹੋ ਗਿਆ, ਸੱਚ 'ਚ ਅਭੇਦ ਹੋ ਗਿਆ, ਪਰ ਸੰਸਾਰ ਇਸ ਚੀਜ਼ ਨੂੰ, ਲੋਕ ਇਸ ਚੀਜ਼ ਨੂੰ ਮੰਨਣ ਦੇ ਲਈ ਤਿਆਰ ਨਹੀਂ। ਤੇ ਕਬੀਰ ਸਾਹਿਬ ਕਹਿੰਦੇ ਹੁਣ ਸਾਡਾ ਜਿਉਣਾ ਸੰਸਾਰ ਨੂੰ ਆਪਣੇ ਨਾਲ ਸਹਿਮਤ ਕਰਨ ਦਾ ਜਿਉਣਾ ਨਹੀਂ ਹੈ, ਹੁਣ ਸਾਡਾ ਜਿਉਣਾ ਉਹ ਪਰਮੇਸ਼ਰ ਨੂੰ ਸਮਰਪਿਤ ਜਿਉਣਾ। ਕਿਉਂਕਿ ਅਸੀਂ ਲੋਕ ਜਿਉਂਦੇ ਵੀ ਹਾਂ ਤੇ ਸੰਸਾਰ ਨੂੰ ਸਾਹਮਣੇ ਰੱਖ ਕੇ ਜਿਉਂਦੇ ਹਾਂ। ਅਸੀਂ ਪਹਿਨਦੇ ਹਾਂ ਕਿ ਸਮਾਜ ਦੇ ਲੋਕ ਕੀ ਕਹਿਣਗੇ ਜੇ ਇੱਦਾਂ ਦਾ ਪਹਿਨਿਆ ਤੇ ਕੀ। ਅਸੀਂ ਉਹ ਪਹਿਨਦੇ ਹਾਂ ਜੋ ਸਮਾਜ ਅੰਦਰ ਬਾਹਰ ਟਰੈਂਡ ਚੱਲ ਰਿਹਾ ਹੋਵੇ, ਉੱਦਾਂ ਦੇ ਆਪਾਂ ਕੱਪੜੇ ਪਹਿਨਦੇ, ਉੱਦਾਂ ਦਾ ਸਾਡਾ ਖਾਣਾ, ਉੱਦਾਂ ਦਾ ਸਾਡਾ ਵਿਹਾਰ, ਉੱਦਾਂ ਦੇ ਸਾਡੇ ਘਰਾਂ ਦੇ ਨਕਸ਼ੇ ਹੁੰਦੇ ਹਨ ਜੋ ਇੱਕ ਟਰੈਂਡ ਚੱਲ ਰਿਹਾ ਹੈ। ਆਪਣੀ ਮਰਜ਼ੀ ਦੇ ਨਾਲ ਨਹੀਂ ਜਿਉਂਦੇ ਹਾਂ, ਬਲਕਿ ਜੋ ਦੂਜੇ ਸਾਨੂੰ ਜਿਸ ਤਰ੍ਹਾਂ ਜਿਉਣਾ ਚਾਹੁੰਦੇ ਹਨ ਉਸ ਤਰ੍ਹਾਂ ਆਪਾਂ ਜਿਉਂਦੇ ਹਾਂ। ਹੁਣ ਕਬੀਰ ਸਾਹਿਬ ਨੂੰ ਵੀ ਤਰ੍ਹਾਂ ਤਰ੍ਹਾਂ ਦੇ ਲੋਕ ਆਪਣੇ ਆਪਣੇ ਤਰੀਕੇ ਦੇ ਨਾਲ ਚਾਹੁੰਦੇ ਸਨ ਕਿ ਕਬੀਰ ਇੱਦਾਂ ਚੱਲੇ, ਪਰ ਕਬੀਰ ਨੇ ਕਿਸੇ ਦੀ ਪਰਵਾਹ ਉਹਨਾਂ ਨੇ ਨਹੀਂ ਕੀਤੀ, ਬਲਕਿ ਉਹਨਾਂ ਦਾ ਜਿਉਣ ਦਾ ਆਪਣਾ ਇਨਕਲਾਬੀ ਤੇ ਵੱਖਰਾ ਤਰੀਕਾ ਸੀ। ਉਹ ਹੁਣ ਕਹਿੰਦੇ ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ, ਮੇਰੀ ਨੀਵੀਂ ਜਾਤ ਸਮਝ ਕੇ ਬੜੇ ਲੋਕ ਹੱਸਦੇ ਸਨ। ਤਰ੍ਹਾਂ ਤਰ੍ਹਾਂ ਦੀਆਂ ਟੀਚਰਾਂ ਕਬੀਰ ਸਾਹਿਬ ਕਹਿੰਦੇ ਲੋਕ ਕਰਦੇ ਸਨ, ਕਿਉਂਕਿ ਹੱਸਣਾ ਵੀ ਕਈ ਤਰ੍ਹਾਂ ਦਾ ਹੈ। ਇੱਕ ਤੇ ਵੇਖੋ ਕੁਦਰਤੀ ਹਾਸਾ ਹੈ, ਵਾਕਿਆ ਹੀ ਕੋਈ ਹਾਸੇ ਵਾਲੀ ਗੱਲ ਹੈ, ਕੋਈ ਹਾਸੇ ਵਾਲੀ ਘਟਨਾ ਹੈ ਤੇ ਬੰਦਾ ਹੱਸ ਪਿਆ, ਕੋਈ ਗੁਨਾਹ ਨਹੀਂ ਹੈ। ਹੱਸਣਾ ਕੁਦਰਤੀ ਖੇਡ ਹੈ, ਇਹ ਸਾਡੇ ਅੰਦਰ ਦੇ ਵਲਵਲੇ ਹਨ ਜਿਹੜੇ ਆਪਣੇ ਆਪ ਪ੍ਰਗਟ ਹੁੰਦੇ ਹਨ। ਮਹਾਰਾਜ ਕਹਿੰਦੇ ਗੁਰਮੁਖ ਵੀ ਹੱਸਦਾ ਹੈ, ਗੁਰਮੁਖ ਹੱਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੈ ਸਾਈ ਭਗਤ ਹੋਵੈ। ਪਰ ਇੱਕ ਦੂਜੀ ਤਰ੍ਹਾਂ ਦਾ ਹੱਸਣਾ ਵੀ ਹੁੰਦਾ ਹੈ, ਜਿਹੜਾ ਕਿਸੇ ਦੀ ਗਰੀਬੀ ਤੇ ਹੱਸਣਾ, ਕਿਸੇ ਦੀ ਲਾਚਾਰੀ ਤੇ ਹੱਸਣਾ। ਜਿਵੇਂ ਦ੍ਰੋਪਦੀ ਹੱਸੀ ਹੈ ਦੁਰਯੋਧਨ ਦੇ ਉੱਤੇ, ਪਰ ਉਹਦਾ ਹਾਸਾ ਅੰਦਰ ਕਪਟ ਭਰਿਆ ਹਾਸਾ ਸੀ। ਅੰਨੇ ਦਾ ਪੁੱਤ ਅੰਨਾ ਕਹਿ ਕੇ ਉਹ ਹੱਸੀ, ਉਹਦੇ ਹਾਸੇ ਦੇ ਵਿੱਚ ਵੀ ਬੜੀ ਈਰਖਾ, ਬੜਾ ਜ਼ਹਿਰ ਛੁਪਿਆ ਹੋਇਆ ਸੀ। ਮਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਹੋਏ ਸੰਜੀਦ ਨਾ ਹੱਸਣ ਰੋਵਣਾ। ਜਿਹੜਾ ਗੁਰਮੁਖ ਹੈ ਬੜੀ ਸੰਜੀਦਾ ਬਿਰਤੀ 'ਚ ਜੀਵਨ ਬਤੀਤ ਕਰਦਾ ਹੈ। ਗੁਰਮੁਖ ਦੂਜਿਆਂ ਦੀਆਂ ਮਜਬੂਰੀਆਂ ਤੇ ਹੱਸਦਾ ਨਹੀਂ ਹੈ, ਬਲਕਿ ਜੇ ਕੋਈ ਮਜਬੂਰ ਹੈ ਉਹਦਾ ਸਹਾਰਾ ਬਣਦਾ ਹੈ।
ਤੇ ਗੁਰਮੁਖ ਦਾ ਝੂਠਾ ਰੋਣਾ ਵੀ ਨਹੀਂ ਹੁੰਦਾ। ਇੱਥੇ ਲੋਕ ਰੋਂਦੇ ਵੀ ਬੜਾ ਝੂਠੇ ਰੋਂਦ ਬੜੇ ਮਾਰਦੇ ਹਨ, ਬੜਾ ਰੋਂਦੇ ਹਨ, ਅੰਦਰ ਕੁਝ ਨਹੀਂ ਹੁੰਦਾ ਹੈ, ਬਾਹਰੋਂ ਦੂਜੇ ਨੂੰ ਠੱਗਣ ਦੇ ਲਈ ਰੋਣ ਦਾ ਵਿਖਾਵਾ ਵੀ ਕਰਦੇ, ਕਈ ਤਰ੍ਹਾਂ ਦੇ ਨਾਟਕ ਕਰਦੇ ਹਨ। ਪਰ ਗੁਰਮੁਖ ਦੇ ਜੀਵਨ ਦਾ ਅੰਦਰ ਤੇ ਬਾਹਰ ਦਾ ਪਾਸਾ ਇੱਕ ਹੈ। ਇਸ ਕਰਕੇ ਭਾਈ ਸਾਹਿਬ ਕਹਿੰਦੇ ਗੁਰਮੁਖ ਹੋਏ ਸੰਜੀਦ ਨਾ ਹੱਸਣ ਰੋਵਣਾ। ਹੁਣ ਕਬੀਰ ਸਾਹਿਬ ਕਹਿੰਦੇ ਮੇਰੀਆਂ ਮਜਬੂਰੀਆਂ ਨੂੰ ਵੇਖ ਕੇ ਤੇ ਜਾਂ ਗਰੀਬੀ ਨੂੰ ਵੇਖ ਕੇ ਜਾਂ ਜਾਤ ਦੀ ਗੱਲ ਕਰਕੇ ਲੋਕ ਬੜਾ ਹੱਸਦੇ ਸਨ, ਪਰ ਕਹਿੰਦੇ ਆਪਾਂ ਕਿਸੇ ਦੀ ਪਰਵਾਹ ਨਹੀਂ ਕੀਤੀ। ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ, ਕਹਿੰਦੇ ਮੈਂ ਤੇ ਉਸ ਜਾਤ ਤੋਂ ਵੀ ਬਲਿਹਾਰ ਕੁਰਬਾਨ ਜਾਂਦਾ ਹਾਂ ਜਿਹੜੀ ਜਾਤ ਦੇ ਵਿੱਚ ਆ ਕੇ ਮੈਂ ਪਰਮਾਤਮਾ ਨੂੰ ਜਪਿਆ। ਤੇ ਜਿਹੜਾ ਪਰਮਾਤਮਾ ਨੂੰ ਜਪਦਾ ਕਹਿੰਦੇ ਉਹਦੀ ਕੋਈ ਭਗਤ ਦੀ ਕੋਈ ਵੈਸੇ ਜਾਤ ਨਹੀਂ ਹੁੰਦੀ ਹੈ, ਭਗਤ ਤਾਂ ਭਗਤੀ ਹੀ ਉਹਦੀ ਜਾਤ ਹੈ। ਤੇ ਕਬੀਰ ਸਾਹਿਬ ਕਹਿੰਦੇ ਜੇ ਤੁਸੀਂ ਮੇਰੀ ਜਾਤ ਤੇ ਹੱਸਦੇ ਹੋ, ਮੈਂ ਉਸ ਜਾਤ ਤੋਂ ਕੁਰਬਾਨ ਬਲਿਹਾਰ ਜਾਂਦਾ ਹਾਂ ਜਿਹੜੀ ਜਾਤ ਦੀ ਬਰਕਤ ਦੇ ਨਾਲ ਮੈਂ ਪਰਮਾਤਮਾ ਨੂੰ ਨਿਰੰਕਾਰ ਨੂੰ ਜਪਿਆ। ਇੱਕ ਜਗ੍ਹਾ ਤੇ ਕਬੀਰ ਸਾਹਿਬ ਜੀ ਦਾ ਬੜਾ ਪਿਆਰਾ ਉਹ ਸ਼ਬਦ ਹੈ, ਕਹਿੰਦੇ ਜੋ ਜਨ ਲੇਹ ਖਸਮ ਕਾ ਨਾਉ ਤਿਨ ਕੈ ਸਦ ਬਲਿਹਾਰੈ ਜਾਉ। ਉਹ ਭਾਵੇਂ ਜਿਹੜੀ ਮਰਜ਼ੀ ਜਾਤ ਬਰਾਦਰੀ 'ਚ ਹੋਵੇ, ਦੇਸ਼ ਪ੍ਰਦੇਸ਼ ਦਾ ਹੋਵੇ, ਅਮੀਰ ਹੋਵੇ, ਗਰੀਬ ਹੋਵੇ, ਉੱਚਾ ਹੋਵੇ, ਨੀਵਾਂ ਹੋਵੇ, ਕੋਈ ਫਰਕ ਨਹੀਂ ਪੈਂਦਾ। ਕਹਿੰਦੇ ਜਿਹੜੇ ਪਰਮਾਤਮਾ ਦਾ ਨਾਮ ਧਿਆਰੇ ਨੇ, ਜੋ ਜਨ ਲਹਿ ਖਸਮ ਕਾ ਨਾਉ ਤਿਨ ਕੈ ਸਦ ਬਲਿਹਾਰੈ ਜਾਉ। ਸੋ ਨਿਰਮਲ ਹਰ ਗੁਣ ਗਾਵੈ, ਸੋ ਭਾਈ ਮੇਰਾ ਮਨ ਭਾਵੈ। ਕਹਿੰਦੇ ਉਹ ਜਪਣ ਵਾਲਾ ਨਿਰਮਲ ਹੈ। ਕਿਉਂ ਨਿਰਮਲ ਹੈ? ਕਿਉਂਕਿ ਨਿਰਮਲ ਹਰ ਗੁਣ ਗਾਵੈ, ਉਹ ਨਿਰਮਲ ਪਰਮਾਤਮਾ ਦੇ ਗੁਣ ਗਾਉਂਦਾ ਪਿਆ ਹੈ। ਸੋ ਭਾਈ ਮੇਰਾ ਮਨ ਭਾਵੈ। ਉਹ ਭਰਾ ਉਹ ਜਪਣ ਵਾਲਾ ਕਹਿੰਦੇ ਸਾਨੂੰ ਬਹੁਤ ਚੰਗਾ ਲੱਗਦਾ ਹੈ। ਜੇ ਘਟ ਰਾਮ ਰਹਿਆ ਭਰਪੂਰ, ਤਿਨ ਕੀ ਪੱਗ ਪੰਕਜ ਹਮ ਧੂਰ। ਕਬੀਰ ਸਾਹਿਬ ਕਹਿੰਦੇ ਜਿਹਦੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਐਨ ਵਸਿਆ ਹੋਇਆ ਹੈ, ਸਮਝੋ ਅਸੀਂ ਉਹਦੇ ਚਰਨਾਂ ਦੀ ਧੂੜ ਹਾਂ। ਤੇ ਅਖੀਰ 'ਚ ਉਹਨਾਂ ਨੇ ਕਿਹਾ ਜਾਤ ਜੁਲਾਹਾ ਮਤ ਕਾ ਧੀਰ। ਠੀਕ ਹੈ ਤੁਸੀਂ ਜੁਲਾਹਾ ਕਹਿੰਦੇ ਹੋ, ਕਹੋ ਸਾਨੂੰ ਕਬੂਲ ਹੈ, ਮੈਂ ਜੁਲਾਹਾ ਤੇ ਜੁਲਾਹਾ ਹੀ ਸਹੀ, ਕੋਈ ਫਰਕ ਨਹੀਂ ਪੈਂਦਾ। ਪਰ ਦੂਜਾ ਪੱਖ ਇਹ ਵੀ ਹੈ ਕਿ ਮਤ ਕਾ ਧੀਰ, ਮੈਂ ਮਨ ਕਰਕੇ ਬੜੇ ਧੀਰਜ ਵਾਲਾ ਹਾਂ। ਤੁਸੀਂ ਜੋ ਮਰਜ਼ੀ ਕਹੀ ਜਾਵੋ, ਕਬੀਰ ਤੇ ਤੁਹਾਡੇ ਕਹੇ ਹੋਏ ਬੋਲਾਂ ਦਾ ਅਸਰ ਕੋਈ ਨਹੀਂ ਪੈਣਾ ਹੈ। ਇਹ ਨਹੀਂ ਕਿ ਤੁਹਾਡੇ ਕਹਿਣ ਤੇ ਕਬੀਰ ਭਗਤੀ ਛੱਡ ਦਵੇ, ਪਰਮਾਤਮਾ ਨੂੰ ਧਿਆਉਣਾ ਛੱਡ ਦਵੇ। ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਮੈ ਕਮੀ। ਕਬੀਰ ਕਹਿੰਦੇ ਕਬੀਰ ਬੜੇ ਸਹਿਜ ਦੇ ਨਾਲ ਤੇ ਲਗਾਤਾਰ ਸਹਿਜ ਜੀਵਨ 'ਚ ਅਡੋਲਤਾ ਧਾਰਨ ਕਰਕੇ ਤੇ ਪਰਮਾਤਮਾ ਨੂੰ ਧਿਆਉਂਦਾ ਹੈ, ਜਪਦਾ ਹੈ। ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ। ਕਬੀਰ ਜੀ ਕਹਿੰਦੇ ਮੈਂ ਉਸ ਜਾਤ ਤੋਂ ਵੀ ਕੁਰਬਾਨ ਜਿਹੜੀ ਜਾਤ 'ਚ ਆ ਕੇ ਮੈਂ ਪਰਮਾਤਮਾ ਨੂੰ ਜਪਿਆ ਹੈ, ਧਿਆਇਆ ਹੈ। ਭਾਵ ਜਪਣ ਵਾਲੇ ਦੀ ਕੋਈ ਜਾਤ ਨਹੀਂ ਹੈ, ਜਪਣ ਵਾਲਾ ਜਪਣ ਦੀ ਕਮਾਈ ਕਰਕੇ ਉੱਚਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਇਦੋਂ ਅਗਲੇ ਸ਼ਲੋਕ 'ਚ ਕਬੀਰ ਸਾਹਿਬ ਫਰਮਾਨ ਕਰਦੇ ਹਨ, ਕਬੀਰ ਡਗਮਗ ਕਿਆ ਕਰੈ ਕਹਾਂ ਡੁਲਾਵੈ ਜੀਓ। ਹੁਣ ਸੰਬੋਧਨ ਆਪਣੇ ਆਪ ਨੂੰ ਭਾਵੇਂ ਕਰ ਰਹੇ ਨੇ, ਪਰ ਅਸਲ ਦੇ ਵਿੱਚ ਉਹਨਾਂ ਦਾ ਉਪਦੇਸ਼ ਸਾਡੇ ਪ੍ਰਤੀ ਹੈ। ਕਿਉਂਕਿ ਸਾਡੀ ਬਿਰਤੀ ਡਿੱਗਣ ਵਾਲੀ ਡੋਲਣ ਵਾਲੀ ਬਿਰਤੀ ਹੈ। ਤੇ ਅਕਸਰ ਜਦੋਂ ਸੰਸਾਰ ਦੇ ਲੋਕਾਂ ਤੋਂ ਤਰ੍ਹਾਂ ਤਰ੍ਹਾਂ ਦੇ ਬੋਲ ਸੁਣਨੇ ਪੈਣ, ਲੋਕ ਡੋਲ ਜਾਂਦੇ ਹਨ। ਜਾਂ ਕਈ ਵਾਰ ਬੰਦੇ ਨੂੰ ਲੱਗਦਾ ਹੈ ਕਿ ਧਰਮ ਦਾ ਮਾਰਗ ਤਾਂ ਬੜਾ ਔਖਾ, ਮੈਂ ਇਸ ਰਾਹ 'ਤੇ ਚੱਲ ਨਹੀਂ ਸਕਦਾ, ਬੰਦਾ ਡੋਲ ਜਾਂਦਾ ਹੈ। ਕਈ ਵਾਰ ਗੁਰੂ ਪ੍ਰੀਖਿਆ ਇੱਦਾਂ ਦੀ ਪਾਉਂਦੇ ਹਨ ਕਿ ਉਸ ਪ੍ਰੀਖਿਆ ਨੂੰ ਵੇਖ ਕੇ ਬੰਦਾ ਡੋਲ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਨੇ ਹਾਲਾਂਕਿ ਬਚਨ ਕਿਹਾ, ਕਹਿੰਦੇ ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੈ। ਸਿੱਖ ਦਾ ਫਰਜ਼ ਹੈ ਉਹ ਸਿਦਕ ਦੇ ਵਿੱਚ ਪੱਕਾ ਰਵੇ। ਹੁਣ ਡਿੱਗਣ ਤੇ ਡੋਲਣ ਦਾ ਕਾਰਨ ਕੀ ਹੈ? ਮਹਾਰਾਜ ਦਾ ਇੱਕ ਬਚਨ ਹੈ, ਕਹਿੰਦੇ ਡਿੱਗਣ ਡੋਲਾ ਤੋ ਲਓ ਜੋ ਮਨ ਕੇ ਭਰਮਾ। ਮਨ 'ਚ ਕੋਈ ਭਰਮ ਭੁਲੇਖਾ ਹੋਵੇ, ਬੰਦਾ ਡਿੱਗਦਾ ਵੀ ਹੈ, ਬੰਦਾ ਡੋਲਦਾ ਵੀ ਹੈ, ਬੰਦਾ ਭਟਕਦਾ ਵੀ ਹੈ, ਭਟਕ ਜਾਂਦਾ ਹੈ। ਡਿੱਗਣ ਡੋਲਾ ਤੋ ਲਓ ਜੋ ਮਨ ਕੇ ਭਰਮਾ,
ਪ੍ਰਮ ਕਾਟੇ ਗੁਰ ਆਪਣੇ ਪਾਏ ਵਿਸ਼ਰਾਮਾ। ਗੁਰੂ ਸਾਡੇ ਜੀਵਨ ਦੇ ਭਰਮ ਕੱਟ ਦਿੰਦੇ ਹਨ, ਤੇ ਜਿਹਦੇ ਜੀਵਨ ਦੇ ਭਰਮ ਗੁਰੂ ਨੇ ਕੱਟ ਦਿੱਤੇ ਉਹਨੂੰ ਐਨ ਟਿਕਾ ਤੇ ਥਿਰਤਾ ਵਾਲੀ ਦਾਤ ਪ੍ਰਾਪਤ ਹੋ ਜਾਂਦੀ ਹੈ। ਭਾਈ ਗੋਪਾਲਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਕਿਹਾ ਕੋਈ ਸਿੱਖ ਜਪਜੀ ਸਾਹਿਬ ਦਾ ਪਾਠ ਕਰਕੇ ਸੁਣਾਵੇ, ਤੇ ਭਾਈ ਗੋਪਾਲੇ ਨੇ ਸੇਵਾ ਲਈ ਪਾਠ ਕਰਨਾ ਸ਼ੁਰੂ ਕਰ ਦਿੱਤਾ। ਇਕਾਗਰਤਾ ਬੜੀ ਬਣੀ। ਮਹਾਰਾਜ ਸੱਚੇ ਪਾਤਸ਼ਾਹ ਵੀ ਬੜੇ ਪ੍ਰਸੰਨ ਹੋਏ, ਬਹੁਤ ਪ੍ਰਸੰਨ, ਬੜੇ ਆਨੰਦ ਦੇ ਵਿੱਚ, ਬੜੇ ਰਸ ਦੇ ਵਿੱਚ ਭਾਈ ਗੋਪਾਲਾ ਜੀ ਬਾਣੀ ਪੜ੍ਹ ਰਹੇ ਹਨ। ਤੇ ਜਿਵੇਂ ਜਿਵੇਂ ਬਾਣੀ ਸੰਪੂਰਨਤਾ 'ਤੇ ਜਾ ਰਹੀ ਹੈ, ਮਹਾਰਾਜ ਭਾਈ ਗੋਪਾਲੇ ਨੂੰ ਸਿੰਘਾਸਨ ਦੇਣ ਦਾ ਵੀ ਮਨ ਹੀ ਮਨ ਅੰਦਰ ਇਰਾਦਾ ਬਣਾਈ ਜਾ ਰਹੇ ਹਨ, ਪਰ ਅਖੀਰ 'ਤੇ ਜਾ ਕੇ ਮਨ ਡੋਲ ਗਿਆ। ਇਹ ਵੇਖੋ, ਮਨ ਦਾ ਕੋਈ ਪਤਾ ਨਹੀਂ ਹੈ ਕਿਹੜੇ ਵਕਤ ਡੋਲ ਜਾਣਾ ਹੈ। ਨਾ ਡੋਲੇ ਇਹ ਲੱਖ 'ਤੇ ਵੀ ਨਾ ਡੋਲੇ, ਡੋਲ ਜਾਵੇ ਕੱਖ 'ਤੇ ਵੀ ਡੋਲ ਜਾਵੇ, ਡੋਲ ਸਕਦਾ ਹੈ। ਮਨ ਦਾ ਭਰੋਸਾ ਕੋਈ ਨਹੀਂ ਹੈ। ਅਖੀਰ 'ਤੇ ਜਾ ਕੇ ਭਾਈ ਗੋਪਾਲੇ ਦੀ ਬਿਰਤੀ ਡੋਲ ਗਈ, ਤੇ ਉਹ ਡੋਲੀ ਹੋਈ ਬਿਰਤੀ ਕਰਕੇ ਕਿੱਥੇ ਕਿੱਡਾ ਮਾਣ ਪ੍ਰਾਪਤ ਹੋਣਾ ਸੀ, ਕਿੱਥੇ ਗੱਲ ਇੱਕ ਘੋੜੇ 'ਤੇ ਆ ਕੇ ਖਲੋ ਗਈ। ਮਹਾਰਾਜ ਨੇ ਘੋੜਾ ਦੇ ਦਿੱਤਾ। ਗੋਪਾਲੇ ਦੀ ਤਾਂ ਭਾਵੇਂ ਤਸੱਲੀ ਹੋ ਗਈ, ਪਰ ਗੁਰੂ ਦੀ ਤਸੱਲੀ ਕੋਈ ਨਾ ਹੋਈ। ਭਾਈ ਲਹਿਣੇ ਦੀਆਂ ਗੁਰੂ ਨਾਨਕ ਮਹਾਰਾਜ ਨੇ ਬੜੀਆਂ ਪ੍ਰੀਖਿਆਵਾਂ ਲਈਆਂ। ਧੰਨ ਉਹਨਾਂ ਦਾ ਸਿਦਕ ਜਿਹੜੇ ਨਹੀਂ ਡੋਲੇ, ਤੇ ਜਦੋਂ ਨਾ ਡੋਲੇ ਤੇ ਫਿਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਰੁੱਠ ਕੇ ਉਹਨਾਂ ਨੂੰ ਆਪਣੇ ਵਾਲੀ ਗੱਦੀ ਬਖਸ਼ ਕੇ ਆਪਣਾ ਰੂਪ ਬਣਾ ਲਿਆ। ਜੇ ਬਿਰਤੀ ਡੋਲ ਜਾਵੇ ਤੇ ਵੇਖੋ ਕਿੱਦਾਂ ਸਿੰਘਾਸਨ ਦੇ ਕੋਲ ਪਹੁੰਚ ਕੇ ਵੀ ਬੰਦਾ ਖਾਲੀ ਦਾ ਖਾਲੀ ਰਹਿ ਜਾਂਦਾ ਹੈ, ਤੇ ਜੇ ਬਿਰਤੀ ਟਿਕੀ ਰਹੀ ਹੈ ਤੇ ਫਿਰ ਕਿੱਦਾਂ ਗੁਰੂ ਰਹਿਮਤ ਕਰਕੇ ਪਾਤਸ਼ਾਹੀਆਂ ਤੇ ਵਡਿਆਈਆਂ ਝੋਲੀ 'ਚ ਪਾ ਦਿੰਦੇ ਹਨ। ਭਾਈ ਡੱਲੇ ਬਾਰੇ ਇਤਿਹਾਸ 'ਚ ਆਉਂਦਾ ਹੈ, ਇੱਕ ਵਕਤ ਐਸਾ ਆਇਆ ਉਹਨੇ ਦ੍ਰਿੜਤਾ ਬੜੀ ਵਿਖਾਈ। ਜਦੋਂ ਵਜ਼ੀਰ ਖਾਨ ਨੇ ਕਿਹਾ ਕਿ ਤੂੰ ਗੁਰੂ ਨੂੰ ਮੇਰੇ ਹਵਾਲੇ ਕਰ ਦੇ, ਗੁਰੂ ਨੂੰ ਪਕੜਾਉਣ ਦੇ ਵਿੱਚ ਮਦਦ ਕਰ, ਸ਼ਾਹੀ ਇਨਾਮ ਮਿਲਣਗੇ, ਤੇ ਜੇ ਇੱਦਾਂ ਨਾ ਕੀਤਾ ਤੇ ਫਿਰ ਮੈਂ ਫੌਜਾਂ ਲੈ ਕੇ ਆਵਾਂਗਾ ਤੇ ਤੇਰਾ ਨਗਰ ਵੀ ਤਬਾਹ ਕਰ ਦੇਵਾਂਗਾ, ਤੇਰੀ ਚੌਧਰ ਵੀ ਖਤਮ ਹੋ ਜਾਵੇਗੀ, ਤੇਰਾ ਪਰਿਵਾਰ ਵੀ ਖਤਮ ਕਰ ਦੇਵਾਂਗਾ। ਪਰ ਭਾਈ ਡੱਲੇ ਨੇ ਪਰਵਾਹ ਨਾ ਕੀਤੀ, ਬੜਾ ਸਿਦਕ ਵਿਖਾਇਆ, ਬੜਾ ਸਬਰ ਵਿਖਾਇਆ ਕਿ ਮੈਂ ਆਪਣੇ ਗੁਰੂ ਦੀ ਸੇਵਾ 'ਚ ਕੋਈ ਕੁਤਾਹੀ ਨਹੀਂ ਕਰਨੀ, ਭਾਵੇਂ ਉਹਦੇ ਲਈ ਆਪ ਮਰਨਾ ਪਵੇ, ਭਾਵੇਂ ਉਹਦੇ ਲਈ ਪਰਿਵਾਰ ਕੁਰਬਾਨ ਕਰਨਾ ਪਵੇ, ਤੇ ਭਾਵੇਂ ਉਹਦੇ ਲਈ ਮੈਨੂੰ ਚੌਧਰ ਤੱਕ ਆਪਣੀ ਗਵਾਉਣੀ ਪਵੇ, ਮੇਰਾ ਨਗਰ ਤੱਕ ਤਬਾਹ ਹੋ ਜਾਵੇ, ਕੋਈ ਪਰਵਾਹ ਨਹੀਂ ਹੈ, ਪਰ ਮੈਂ ਆਪਣੇ ਗੁਰੂ ਦੀ ਸੇਵਾ ਅਖੀਰ ਤੱਕ ਕਰਾਂਗਾ। ਬੜੀ ਸਿਦਕ ਵਿਖਾਇਆ। ਪਰ ਪਾਪੀ ਮਨ ਦਾ ਕੀ ਪਤਾ। ਮਹਾਰਾਜ ਜਦੋਂ ਇੱਥੋਂ ਚੱਲੇ ਹਜ਼ੂਰ ਸਾਹਿਬ ਵਾਲੇ ਪਾਸੇ, ਮਹਾਰਾਜ ਕਹਿਣ ਲੱਗੇ ਚੱਲ ਡੱਲਿਆ ਤੂੰ ਵੀ ਸਾਡੇ ਨਾਲ। ਚੱਲ ਪਿਆ, ਪਰ ਮਨ ਪਿਛਾਂ, ਮਨ ਘਰ ਪਰਿਵਾਰ ਦੇ ਮੋਹ ਵਾਲੇ ਪਾਸੇ ਖਿੱਚਿਆ ਗਿਆ। ਤੇ ਕੁਝ ਮੀਲ ਸਤਿਗੁਰਾਂ ਦੇ ਨਾਲ ਜਾਣ ਤੋਂ ਬਾਅਦ ਰਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਜਗ੍ਹਾ 'ਤੇ ਆਪਣੇ ਤੰਬੂ 'ਚ ਵਿਸ਼ਰਾਮ ਕਰ ਰਹੇ ਨੇ। ਇਹ ਆਪਣੇ ਤੰਬੂ ਦੇ ਵਿੱਚ ਸੀ, ਤੇ ਮਨ ਐਸਾ ਭਟਕਿਆ, ਮਨ ਐਸਾ ਡੋਲਿਆ, ਸਤਿਗੁਰਾਂ ਨੂੰ ਦੱਸੇ ਤੋਂ ਬਿਨਾਂ ਇਹ ਰਾਤੋਂ ਰਾਤ ਤੰਬੂ ਛੱਡ ਕੇ ਵਾਪਸ ਪਰਤ ਆਇਆ। ਕਿੱਥੇ ਨਾ ਸਿਦਕ ਵਿਖਾਇਆ, ਕਿੱਥੇ ਡੋਲ ਗਿਆ। ਸੋ ਇਹ ਮਨ ਦਾ ਕੋਈ ਪਤਾ ਨਹੀਂ। ਕਬੀਰ ਸਾਹਿਬ ਕਹਿੰਦੇ ਬੜੀਆਂ ਤਰ੍ਹਾਂ ਦੀਆਂ ਮਾਇਆ ਦੀਆਂ ਹਨੇਰੀਆਂ ਆਉਂਦੀਆਂ ਹਨ ਜੀਵਨ ਨੂੰ ਡੁਲਾਉਣ ਦੇ ਲਈ, ਪਰ ਗੁਰੂ ਦਾ ਸਹਾਰਾ ਲੈ ਕੇ ਅਡੋਲ ਬਣ ਕੇ ਰਹਿਣਾ ਹੈ। ਕਬੀਰ ਡਗਮਗ ਕਿਆ ਕਰੈ, ਕਹਾਂ ਡੁਲਾਵੈ ਜੀਓ। ਕਹਿੰਦੇ ਹੈ ਭਾਈ ਕੀ ਤੂੰ ਡਗਮਗ ਕਰਦਾ ਹੈ, ਕਿਉਂ ਤੂੰ ਡੋਲਦਾ ਹੈ, ਤਨ ਕਰਕੇ ਵੀ, ਜੀਓ ਕਰਕੇ, ਮਨ ਕਰਕੇ ਵੀ। ਕੀ ਕਰਨਾ ਹੈ? ਸਰਬ ਸੂਖ ਕੋ ਨਾਇਕੋ, ਰਾਮ ਨਾਮ ਰਸ ਪੀਓ। ਸਾਰੇ ਸੁੱਖਾਂ ਦਾ ਮਾਲਕ, ਨਾਇਕ ਦਾ ਭਾਵ ਹੈ ਮਾਲਕ, ਅਕਾਲ ਪੁਰਖ ਹੈ, ਅਕਾਲ ਪੁਰਖ ਦਾ ਨਾਮ ਹੈ। ਤੇ ਕਬੀਰ ਜੀ ਕਹਿੰਦੇ ਰਾਮ ਨਾਮ ਰਸ ਪੀਓ। ਤੂੰ ਪਰਮਾਤਮਾ ਦੀ ਭਗਤੀ ਦਾ, ਨਾਮ ਦਾ ਰਸ ਪੀ। ਨਾਮ ਰਸ ਦੇ ਵਿੱਚ ਜੁੜੇਗਾ, ਸਾਰੇ ਸੁੱਖ ਪ੍ਰਾਪਤ ਹੋਣਗੇ। ਤੇ ਜਦੋਂ ਨਾਮ ਰਸ ਦੇ ਵਿੱਚ ਜੁੜ ਗਿਆ ਤੇ ਅਡੋਲ ਅਵਸਥਾ ਵੀ ਬਣ ਜਾਏਗੀ। ਬੜਿਆਂ ਨੇ ਕਬੀਰ ਸਾਹਿਬ ਨੂੰ ਡੁਲਾਉਣ ਦੇ ਯਤਨ ਕੀਤੇ, ਪਰ ਕਬੀਰ ਨਹੀਂ ਡੋਲੇ। ਕਾਰਨ ਕੀ ਸੀ? ਪਰਮਾਤਮਾ ਦੇ ਨਾਮ ਰਸ ਦੇ ਨਾਲ, ਮੂਲ ਦੇ ਨਾਲ, ਧੁਰੇ ਦੇ ਨਾਲ
ਉਹ ਜੁੜੇ ਹੋਏ ਸਨ। ਇੱਕ ਜਗ੍ਹਾ ਮਹਾਰਾਜ ਕਹਿੰਦੇ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹੇਠ, ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡਿਠ। ਦੋ ਪੁੜਾਂ ਨੂੰ ਜੋੜ ਕੇ ਦਾਣੇ ਪਾ ਕੇ ਚੱਕੀ ਦੇ ਵਿੱਚ ਪੀਸਿਆ ਜਾਂਦਾ ਹੈ, ਦਾਣਿਆਂ ਨੂੰ ਆਟਾ ਬਣਾਇਆ ਜਾਂਦਾ ਹੈ, ਪਰ ਪੁੜਾਂ ਦੇ ਵਿਚਕਾਰ ਇੱਕ ਕਿੱਲੀ ਹੁੰਦੀ ਹੈ। ਜਿਹੜੇ ਦਾਣੇ ਉਹ ਵਿਚਕਾਰ ਧੁਰੇ ਦੇ ਨਾਲ ਰਹਿੰਦੇ ਹਨ ਉਹ ਪੁੜਾਂ ਦੇ ਥੱਲੇ ਨਹੀਂ ਜਾਂਦੇ ਤੇ ਪੀਸਣ ਤੋਂ ਬਚ ਜਾਂਦੇ ਹਨ। ਕਬੀਰ ਸਾਹਿਬ ਮਹਾਰਾਜ ਕਹਿੰਦੇ ਮਾਇਆ ਦੀ ਚੱਕੀ ਇਸੇ ਤਰ੍ਹਾਂ ਚੱਲਦੀ ਪਈ ਹੈ, ਪਰ ਜਿਹੜੇ ਗੁਰੂ ਦਾ ਲੜ ਪਕੜ ਕੇ ਧੁਰੇ ਦੇ ਨਾਲ ਮੂਲ ਦੇ ਨਾਲ ਜੁੜੇ ਰਹਿੰਦੇ ਨੇ ਉਹ ਮਾਇਆ ਦੀ ਚੱਕੀ ਦੇ ਵਿੱਚ ਪਿਸਦੇ ਨਹੀਂ ਹਨ ਤੇ ਉਹ ਡੋਲਦੇ ਨਹੀਂ ਹਨ, ਉਹ ਭਟਕਦੇ ਨਹੀਂ ਹਨ। ਡੋਲ ਗਿਆ ਦੁਨੀ ਚੰਦ ਪਰ ਅਡੋਲ ਰਿਹਾ ਭਾਈ ਬਚਿੱਤਰ ਸਿੰਘ। ਅਡੋਲ ਰਹੇ ਉਹ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਮਹਾਰਾਜ ਨੂੰ ਹੱਸ ਕੇ ਸੀਸ ਭੇਟ ਕੀਤੇ ਤੇ ਅੱਜ ਉਹਨਾਂ ਦਾ ਨਾਮਣਾ ਕਿੰਨਾ ਉੱਚਾ ਹੈ। ਸੋ ਕਬੀਰ ਸਾਹਿਬ ਕਹਿੰਦੇ ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸ ਪੀਓ। ਡੋਲਣਾ ਤੇ ਭਟਕਣਾ ਛੱਡ ਕੇ ਜਿਹੜਾ ਸਾਰੇ ਸੁੱਖਾਂ ਦਾ ਦਾਤਾ ਵਾਹਿਗੁਰੂ ਹੈ ਉਹਦੇ ਨਾਮ ਰਸ ਅੰਮ੍ਰਿਤ ਨੂੰ ਧਾਰਨ ਕਰੋ। ਅੱਗੇ ਕਬੀਰ ਸਾਹਿਬ 4 ਨੰਬਰ ਸ਼ਲੋਕ 'ਚ ਫਰਮਾਨ ਕਰਦੇ ਹਨ, ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ। ਕੰਚਨ ਦਾ ਭਾਵ ਹੈ ਸੋਨਾ, ਕੁੰਡਲ ਦਾ ਭਾਵ ਹੈ ਵਾਲੇ। ਕੰਨਾਂ 'ਚ ਬੀਬੀਆਂ ਵਾਲੀਆਂ ਪਾਉਂਦੀਆਂ ਹਨ, ਬਹੁਤ ਵੱਡੀਆਂ ਵਾਲੀਆਂ ਹੋਣ ਉਹਨਾਂ ਨੂੰ ਕਬੀਰ ਸਾਹਿਬ ਕਹਿੰਦੇ ਵਾਲੇ। ਕੁੰਡਲ ਕਬੀਰ ਸਾਹਿਬ ਕਹਿੰਦੇ ਸੋਨੇ ਦੇ ਬਣੇ ਹੋਣ ਉਹ ਕੁੰਡਲ, ਕੰਨਾਂ 'ਚ ਪਾਉਣ ਵਾਲੀਆਂ ਵਾਲੀਆਂ ਵਾਲੇ। ਉੱਪਰ ਲਾਲ ਜੜਾਓ ਤੇ ਉਹਨਾਂ ਦੇ ਉੱਪਰ ਵੀ ਕੀਮਤੀ ਹੀਰੇ ਆਦਿਕ ਜੜੇ ਹੋਣ। ਭਾਵ ਇੱਦਾਂ ਕਿਸੇ ਨੇ ਬਹੁਤ ਸੋਹਣਾ ਸ਼ਿੰਗਾਰ ਕੀਤਾ ਹੋਵੇ, ਪਰ ਜੇ ਉਹ ਪਰਮਾਤਮਾ ਦੇ ਨਾਮ ਤੋਂ ਟੁੱਟਿਆ ਹੈ, ਨਿਰੰਕਾਰ ਤੋਂ ਟੁੱਟਿਆ ਹੈ, ਫਿਰ ਉਹਦਾ ਸ਼ਿੰਗਾਰ ਬਿਲਕੁਲ ਵਿਅਰਥ ਹੈ। ਬਾਣੀ 'ਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਪ੍ਰਮਾਣ ਦਿੱਤੇ ਹਨ ਸ਼ਿੰਗਾਰ ਦੇ ਪ੍ਰਥਾਏ ਵੀ। ਇੱਕ ਤੇ ਬਚਨ ਸਤਿਗੁਰਾਂ ਨੇ ਇਹ ਕਿਹਾ ਕਿ ਵੇਖੋ ਇਹ ਬਾਹਰ ਦੇ ਵੇਸਾਂ ਭੇਖਾਂ ਤੇ ਸ਼ਿੰਗਾਰਾਂ ਦੇ ਨਾਲ ਉਹ ਖਸਮ ਮਾਲਕ ਦੀ ਖੁਸ਼ੀ ਨਹੀਂ ਮਿਲਦੀ ਹੈ, ਗੁਣਾਂ ਦੇ ਨਾਲ ਵਾਹਿਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਹਨ। ਵੇਸੀ ਸ਼ੋ ਨਾ ਪਾਈ ਹੈ ਕਰ ਕਰ ਵੇਸ ਰਹੀ, ਨਾਨਕ ਤਿੰਨੀ ਸ਼ੋ ਪਾਇਆ ਜਿਨ ਗੁਰ ਕੀ ਸਿੱਖ ਸੁਣੀ। ਫਿਰ ਧੰਨ ਬਾਬਾ ਫਰੀਦ ਸਾਹਿਬ ਵੀ ਕਹਿੰਦੇ ਕਿ ਭੈਣੇ ਜੇ ਤੂੰ ਚਾਹੁੰਦੀ ਹੈ ਤੇਰਾ ਕੰਤ ਤੇਰੇ ਵੱਸ ਦੇ ਵਿੱਚ ਰਵੇ ਤੇ ਤੂੰ ਬਾਹਰ ਦੇ ਸ਼ਿੰਗਾਰਾਂ ਨੂੰ ਲਾਂਭੇ ਕਰ, ਗੁਣਾਂ ਤੇ ਚੰਗਿਆਈਆਂ ਦਾ ਸ਼ਿੰਗਾਰ ਕਰ। ਨਿਵਣ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ, ਇਹ ਤਰ੍ਹਾਂ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਸ਼ਿੰਗਾਰ ਕਿਸੇ ਬੀਬੀ ਭੈਣ ਨੇ ਬੜਾ ਸੋਹਣਾ ਕੀਤਾ ਹੋਵੇ, ਬੜੇ ਕੀਮਤੀ ਗਹਿਣੇ ਪਹਿਨੇ ਹੋਣ, ਪਰ ਜਦੋਂ ਉਹ ਜ਼ੁਬਾਨ ਤੋਂ ਬੋਲੇ ਤੇ ਐਨ ਜ਼ਹਿਰ ਵਰਗੇ ਕੌੜੇ ਬੋਲ ਨਿਕਲਦੇ ਹੋਣ ਤੇ ਸਾਰੀ ਦਿਹਾੜੀ ਪਤੀ ਦੇ ਨਾਲ ਝਗੜਾ ਚੱਲਦਾ ਰਹਿੰਦਾ ਹੋਵੇ। ਸ਼ਿੰਗਾਰ ਬੜਾ ਕੀਮਤੀ ਕੀਤਾ, ਉਹ ਆਪਸੀ ਪਿਆਰ ਕਿੱਦਾਂ ਬਣ ਸਕਦਾ ਹੈ? ਖੁਸ਼ੀ ਕਿੱਦਾਂ ਮਿਲ ਸਕਦੀ ਹੈ ਜੇ ਜ਼ੁਬਾਨ 'ਤੇ ਮਿਠਾਸ ਨਹੀਂ ਹੈ, ਜੇ ਜੀਵਨ ਦੇ ਵਿੱਚ ਨਿਮਰਤਾ ਨਹੀਂ ਹੈ, ਗੁਣ ਨਹੀਂ ਹਨ। ਇੱਕ ਜਗ੍ਹਾ ਮਹਾਰਾਜ ਜੀ ਦਾ ਫਰਮਾਨ ਹੈ, ਕਹਿੰਦੇ ਸਖੀ ਕਾਜਲ ਹਾਰ ਤੰਬੋਲ ਸਭੇ ਕਿਛ ਸਾਜਿਆ, 16 ਕੀਆ ਸ਼ਿੰਗਾਰ ਕੇ ਅੰਜਨ ਪਾਜਿਆ, ਜੇ ਘਰ ਆਵੇ ਕੰਤ ਸਭੋ ਕਿਛ ਪਾਈਐ, ਹਰ ਹਾਂ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਐ। ਕਹਿੰਦੇ ਜੇ ਤੇ ਮਾਲਕ ਦੀ ਖੁਸ਼ੀ ਤੇ ਮਾਲਕ ਦਾ ਮਿਲਾਪ ਫਿਰ ਤਾਂ ਸ਼ਿੰਗਾਰ ਸਫਲ, ਨਹੀਂ ਤੇ ਜੇ ਮਾਲਕ ਦੀ ਖੁਸ਼ੀ ਤੇ ਮਾਲਕ ਦਾ ਮਿਲਾਪ ਹੀ ਨਹੀਂ ਹੈ ਤੇ ਫਿਰ ਸ਼ਿੰਗਾਰ ਵੀ ਬਿਲਕੁਲ ਵਿਅਰਥ ਹਨ। ਕਬੀਰ ਸਾਹਿਬ ਕਹਿੰਦੇ ਕੰਚਨ ਕੇ ਕੁੰਡਲ ਬਣੇ। ਕਬੀਰ ਕਿਸੇ ਨੇ ਸੋਨੇ ਦੇ ਬਣੇ ਹੋਏ ਕੁੰਡਲ ਵਾਲੀਆਂ ਵਾਲੇ ਆਪਣੇ ਕੰਨ 'ਚ ਪਾਏ ਹੋਣ, ਉੱਪਰ ਲਾਲ ਜੜਾਓ, ਉਹਦੇ ਉੱਪਰ ਸੋਹਣੇ ਸੋਹਣੇ ਕੀਮਤੀ ਰਤਨ ਹੀਰੇ ਲਾਲ ਵੀ ਜੜੇ ਹੋਣ, ਪਰ ਦੀਸੈ ਦਾਦੇ ਕਾਨ ਜਿਉ ਜਿਨ ਮਨ ਨਾਹੀ ਨਾਉ। ਉਦਾਹਰਨ ਉਹਨਾਂ ਨੇ ਦਿੱਤੀ ਹੈ ਕਾਨਿਆਂ ਦੀ। ਆਮ ਤੌਰ 'ਤੇ ਨਹਿਰਾਂ ਦੇ ਕਿਨਾਰੇ 'ਤੇ ਸਰਕੜਾ ਆਦਿਕ ਹੁੰਦਾ ਹੈ, ਕਾਈ ਉਹਦੇ ਲੰਬੇ ਲੰਬੇ ਕਾਨੇ ਹੁੰਦੇ ਹਨ, ਤੇ ਜਦੋਂ ਉਹਨਾਂ ਨੂੰ ਅੱਗ ਲਗਾਈ ਜਾਂਦੀ ਹੈ ਤੇ ਉਹ ਫਿਰ ਜਿਹੜੇ ਕਾਨਿਆਂ ਦੇ ਵਿਚਲੇ ਡੰਡੇ ਹੁੰਦੇ ਹਨ ਉਹ ਅੱਧੇ ਕੁ ਸੜ ਜਾਂਦੇ, ਅੱਧੇ ਕੁ ਬਚ ਜਾਂਦੇ ਹਨ। ਜਿਹੜੀ ਉਹਦੇ ਉੱਪਰ ਸਰਕੜੇ ਦੀ ਕਾਈ ਹੈ ਉਹ ਸਾਰੀ ਸੜ ਜਾਂਦੀ ਹੈ। ਤੇ ਉਹ ਜਦੋਂ ਰਾਤ ਚਾਂਦਨੀ ਰਾਤ ਹੋਵੇ ਤੇ ਬੜੇ ਚਮਕਦੇ ਹਨ, ਕਿਉਂਕਿ ਉਹਨਾਂ ਦਾ ਰੰਗ ਵੀ ਕੁਝ ਬਰਾਊਨ ਭੂਰਾ ਰੰਗ ਹੁੰਦਾ ਹੈ, ਤੇ ਚਾਂਦਨੀ ਦੇ ਵਿੱਚ ਕੁਝ ਚਮਕਦੇ, ਵੇਖਣ ਨੂੰ ਐਨ ਸੋਨੇ ਵਰਗਾ ਉਹਨਾਂ ਦਾ ਰੰਗ ਲੱਗਦਾ, ਪਰ ਹੁੰਦੇ ਕੁਝ ਵੀ ਨਹੀਂ ਹਨ, ਸੜੇ ਹੋਏ ਉਹ ਕਾਨੇ।
ਤੇ ਕਬੀਰ ਸਾਹਿਬ ਕਹਿੰਦੇ ਕਿ ਬੇਸ਼ੱਕ ਕਿਸੇ ਨੇ ਸੋਨੇ ਦੇ ਕੰਗਣ ਵੀ ਆਪਣੇ ਵਾਲੀਆਂ ਵਾਲੇ ਵੀ ਆਪਣੇ ਕੰਨਾਂ ਦੇ ਵਿੱਚ ਪਾਏ ਹੋਣ, ਜਿਨ ਮਨ ਨਾਹੀ ਨਾਉ, ਜੇ ਉਹਨਾਂ ਦੇ ਮਨ 'ਚ ਵਾਹਿਗੁਰੂ ਦਾ ਨਾਂ ਨਹੀਂ ਹੈ, ਵਾਹਿਗੁਰੂ ਦੀ ਯਾਦ ਨਹੀਂ ਹੈ, ਤੇ ਉਹ ਪਹਿਨੇ ਹੋਏ ਕੀਮਤੀ ਸੋਨੇ ਦੇ ਗਹਿਣੇ ਵੀ ਸੜੇ ਹੋਏ ਕਾਨਿਆਂ ਦੀ ਤਰ੍ਹਾਂ ਹਨ, ਉਦੋਂ ਵੱਧ ਕੇ ਕੁਝ ਨਹੀਂ ਹੈ। ਜੇ ਵਾਹਿਗੁਰੂ ਦੀ ਇਬਾਦਤ, ਜੇ ਵਾਹਿਗੁਰੂ ਦੀ ਬੰਦਗੀ, ਜੇ ਵਾਹਿਗੁਰੂ ਦਾ ਨਾਮ, ਪਰਮੇਸ਼ਰ ਦਾ ਨਾਮ ਜੀਵਨ ਦੇ ਵਿੱਚ ਨਹੀਂ ਹੈ। ਸਭ ਤੋਂ ਉੱਤਮ ਹੈ ਪਰਮਾਤਮਾ ਦਾ ਨਾਮ, ਤੇ ਜਿਸ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਹੈ, ਪਰਮਾਤਮਾ ਦੀ ਇਬਾਦਤ ਬੰਦਗੀ ਹੈ, ਉਹ ਭਾਵੇਂ ਬਾਹਰ ਦੇ ਭੇਸਾਂ ਤੋਂ, ਵੇਸਾਂ ਤੋਂ, ਸ਼ਿੰਗਾਰਾਂ ਤੋਂ ਸਖਣਾ ਵੀ ਜੀਵਨ ਹੋਵੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਹੈ, ਉਹ ਤਾਂ ਵੀ ਮਹਾਨ ਹੈ। ਤੇ ਜੇ ਜੀਵਨ ਬੰਦਗੀ ਤੋਂ, ਇਬਾਦਤ ਤੋਂ ਸਖਣਾ ਹੈ, ਬਾਹਰ ਦੇ ਜਿੰਨੇ ਮਰਜ਼ੀ ਹਾਰ ਸ਼ਿੰਗਾਰ ਤੇ ਭੇਖ ਆਦਿਕ ਹੋਣ, ਉਹ ਕਬੂਲ ਨਹੀਂ ਹੈ, ਕਿਉਂਕਿ ਗੱਲ ਬੰਦਗੀ ਦੀ ਹੈ, ਗੱਲ ਪਰਮਾਤਮਾ ਦੀ ਭਗਤੀ ਦੀ ਹੈ, ਗੱਲ ਨਿਰੰਕਾਰ ਦੇ ਸਿਮਰਨ ਦੀ ਹੈ। ਮਹਾਰਾਜ ਕਹਿੰਦੇ ਬੰਦੇ ਬੰਦਗੀ ਇਖਤਿਆਰ। ਤੇ ਕਬੀਰ ਸਾਹਿਬ ਨੇ ਆਪਣੀ ਸਮੁੱਚੀ ਬਾਣੀ ਰਾਹੀਂ, ਸਮੁੱਚੇ ਸਲੋਕਾਂ ਰਾਹੀਂ, ਆਪਣੇ ਜੀਵਨ ਰਾਹੀਂ ਜਿੱਥੇ ਆਪ ਭਗਤੀ ਦੀ, ਨਾਮ ਦੀ, ਬੰਦਗੀ ਦੀ, ਇਬਾਦਤ ਦੀ ਕਮਾਈ ਕੀਤੀ, ਉੱਥੇ ਉਹਨਾਂ ਨੇ ਸਾਨੂੰ ਵੀ ਪਰਮਾਤਮਾ ਦੀ ਬੰਦਗੀ, ਭਗਤੀ ਤੇ ਸਤਿਨਾਮ ਦੀ ਕਮਾਈ ਦੇ ਨਾਲ, ਇਸ ਧਨ ਦੇ ਨਾਲ ਜੁੜਨ ਦਾ ਉਪਦੇਸ਼ ਤੇ ਸੰਦੇਸ਼ ਦਿੱਤਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਇਹ ਗੁਰੂ ਕੀ ਬਾਣੀ ਦੇ ਪਾਵਨ ਪਵਿੱਤਰ ਅੰਮ੍ਰਿਤਮਈ ਉਪਦੇਸ਼ ਸਾਡੇ ਸਭ ਦੇ ਹਿਰਦੇ 'ਚ ਵਸਣ, ਗੁਰਮਤਿ ਦੇ ਧਾਰਨੀ ਬਣੀਏ, ਸੱਚ ਦੇ ਮਾਰਗ ਦੇ ਪਾਂਧੀ ਬਣੀਏ, ਗੁਰੂ ਕੀਆਂ ਖੁਸ਼ੀਆਂ ਮਿਲਣ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ, ਅਣਜਾਣ ਦਾ ਅਸਰਾ ਸਮਝਦਿਆਂ ਨਾ ਚਿਤਾਰਨੀਆਂ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ। ਇੱਕ ਓੰਕਾਰ ਸਤਿ